ਸਤਿਜੁਗ ਸਤ ਤੇਤਾ ਜਗੀ, ਦੁਆਪਰ ਪੂਜਾ ਚਾਰ। ਤੀਨੋਂ ਜੁਗ ਤੀਨੋਂ ਦਿੜੇ, ਕਲ ਕੇਵਲ ਨਾਮ ਆਧਾਰ। ਪਾਰ ਕੈਸੇ ਪਾਏ ਬੋਰੇ, ਮੋਸੋ ਕੋ ਨਾ ਕਹਿ ਸਮਝਾਏ। ਜਾਂ ਤੇ ਅਵਾਗਵਨ ਬਿਲਾਏ ਰਹਾਉ। ਬਹੁ ਬਿਦ ਧਰਮ ਨਰੂਪੀਐ, ਕਰਤਾ ਦੀਸੈ ਸਭ ਲੋਏ। ਕਬਨ ਕਰਮ ਤੇ ਛੂਟੀਐ, ਜਹ ਸਾਦੇ ਸਭ ਸਿਧ ਹੋਏ। ਕਰਮ ਅਕਰਮ ਵਿਚਾਰੀਐ, ਸ਼ੰਕਾ ਸੁਨ ਵੇਦ ਪੁਰਾਨ। ਸੰਸਾਰ ਸਦ ਹਿਰਦੈ ਬਸੈ, ਕੌਣ ਹਿਰੈ ਅਭਿਮਾਨ। ਬਾਹਰੋਂ ਉਦਕ ਪਖਾਰੀਐ, ਘਟ ਪੀਤਰ ਬਵਿਦ ਬਿਕਾਰ। ਸੁਧ ਕਬਨ ਪਰ ਹੋਏ ਬੋ, ਸੋਚ ਕੁੰਚਰ ਬਿਦ ਵਿਵਹਾਰ। ਰਾਪ ਪ੍ਰਗਾਸ ਰਜਨੀ ਜਥਾ, ਗਤ ਜਾਨਤ ਸਭ ਸੰਸਾਰ। ਪਾਰਸ ਮਾਨੋ ਤਾਂਬੋ ਛੁਏ, ਕਨਕ ਹੋਤ ਨਹੀਂ ਬਾਰ। ਪਰਮ ਪਰਸ ਗੁਰ ਭੇਟੀਐ, ਪੂਰਬ ਲਿਗਤ ਲਿਲਾਟ। ਉਨ ਮਨ 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 ਹੀ ਮਿਲੇ, ਛੁਟਕਤ ਬਜਰ ਕਪਾਟ। ਭਗਤ ਜੁਗਤ ਮਤ ਸਤ ਕਰੀ, ਭ੍ਰਮ ਬੰਧਨ ਕਾਟ ਬੇਕਾਰ। ਸੋਈ ਬਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਅਨਕ ਜਤਨ ਨਿਗ੍ਰਹਿ ਕੀਏ, ਤਾਰੀ ਨਾ ਟਰੈ ਰੰਫਾਸ। ਪ੍ਰੇਮ ਭਗਤ ਨਹੀਂ ਉਪਜੈ, ਤਾਂ ਤੈ ਰਵਿਦਾਸ ਉਦਾਸ। ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਇਸ ਪਾਵਨ ਸ਼ਬਦ ਵਿੱਚ ਸਭ ਜੀਵਾਂ ਨੂੰ ਪਰਮ ਪਾਸ ਗੁਰੂ ਦੀ ਸੰਗਤ ਵਿੱਚ ਜਾ ਕੇ ਆਪਣਾ ਮੂਲਕ ਜੀਵਨ ਸਫਲ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਤਿਜੁਗ ਸਤ ਤੇਤਾ ਜਗੀ,
ਦੁਆਪਰ ਪੂਜਾ ਚਾਰ, ਤੀਨੋਂ ਜੁਗ ਤੀਨੋਂ ਦਿੜੇ, ਕਲ ਕੇਵਲ ਨਾਮ ਆਧਾਰ। ਸਤਿਯੁਗ ਸਤ, ਸਤਿਯੁਗ ਵਿੱਚ ਸਤ ਦੀ ਪ੍ਰਧਾਨਤਾ ਸੀ। ਤ੍ਰੇਤਾ ਜਗੀ, ਤ੍ਰੇਤੇ ਯੁਗ ਵਿੱਚ ਜਗ ਨੂੰ ਪ੍ਰਮੁਖਤਾ ਦਿੱਤੀ ਜਾਂਦੀ ਸੀ। ਦੁਆਪਰ ਪੂਜਾ ਚਾਰ, ਦੁਆਪਰ ਵਿੱਚ ਪੂਜਾ ਆਦਿਕ ਆਚਾਰ ਨੂੰ ਪੂਜਾ ਕਰਨ ਨੂੰ ਪ੍ਰਮੁੱਖ ਮੰਨਿਆ ਜਾਂਦਾ ਸੀ। ਤਿੰਨੋਂ ਯੁਗ ਤੀਨੋਂ ਦਿੜੇ, ਤਿੰਨੋਂ ਯੁਗਾਂ ਵਿੱਚ ਤਿੰਨੋਂ ਹੀ ਕਰਮ ਦ੍ਰਿੜ ਕੀਤੇ ਗਏ ਸਨ। ਕਲ ਕੇਵਲ ਨਾਮ ਆਧਾਰ, ਔਰ ਕਲਯੁਗ ਵਿੱਚ ਕੇਵਲ ਪਰਮਾਤਮਾ ਦਾ ਨਾਮ ਹੀ ਆਧਾਰ ਹੈ। ਦੂਸਰਾ ਅਰਥ ਧਾਰਮਿਕ ਪੁਸਤਕਾਂ ਅਨੁਸਾਰ ਸਤਿਯੁਗ ਵਿੱਚ ਸਤ, ਤ੍ਰੇਤੇ ਵਿੱਚ ਜਗ, ਦੁਆਪਰ ਵਿੱਚ ਪੂਜਾ ਆਦਿਕ ਚਾਰ, ਕਲਯੁਗ ਵਿੱਚ ਦੇਵੀ ਦੇਵਤਿਆਂ ਨਾਮ ਆਧਾਰ। ਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ, ਸਾਰੇ ਹੀ ਯੁੱਗਾਂ ਵਿੱਚ ਜੀਵ ਕੇਵਲ ਪਰਮਾਤਮਾ ਦਾ ਨਾਮ ਜਪ ਕੇ ਹੀ ਤਰ ਸਕਦਾ ਹੈ। ਪਾਰ ਕੈਸੇ ਪਾਏ ਬੋਰੇ, ਮੋਸੋ ਕੋ ਨਾ ਕਹਿ ਸਮਝਾਏ, ਜਾਂ ਤੇ ਅਵਾਗਵਨ ਬਿਲਾਏ ਰਹਾਉ। ਪਾਰ ਕੈਸੇ ਪਾਈ ਬੋਰੇ, ਮੋਸੋ ਕੋ ਨਾ ਕਹਿ ਸਮਝਾਏ। ਪਰਮਾਤਮਾ ਦੇ ਨਾਮ ਜਪਣ ਤੋਂ ਬਿਨਾਂ ਹੋਰ ਕਿਹੜੇ ਤਰੀਕੇ ਨਾਲ ਇਸ ਸੰਸਾਰ ਦੇ ਭਵਸਾਗਰ ਚੋਂ ਪਾਰ ਹੋਣਾ ਹੈ, ਇਹ ਮੈਨੂੰ ਕੋਈ ਵੀ ਗੱਲ ਕਹਿ ਕੇ ਨਹੀਂ ਸਮਝਾਉਂਦਾ। ਭਾਵ ਪਰਮਾਤਮਾ ਦੇ ਨਾਮ ਤੋਂ ਬਿਨਾਂ ਪਾਰ ਹੋਣ ਦੀ ਹੋਰ ਕੋਈ ਵਿਧੀ ਹੈ ਨਹੀਂ। ਜਾਤੇ ਆਵਾਗਮਨ ਬੁਲਾਏ, ਜਿਸ ਦੇ ਨਾਲ ਜਨਮ ਮਰਨ ਦੇ ਚੱਕਰ ਦੀ ਨਿਵਰਤੀ ਹੋ ਜਵੇ। ਜਨਮ ਮਰਨ ਦੇ ਚੱਕਰ ਦੀ ਨਿਵਰਤੀ ਦਾ ਕੇਵਲ ਇੱਕ ਹੀ ਮਾਰਗ ਹੈ, ਉਹ ਹੈ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ। ਬਹੁ ਬਿਦ ਧਰਮ ਨਰੂਪੀਐ, ਕਰਤਾ ਦੀਸੈ ਸਭ ਲੋਏ, ਕਬਨ ਕਰਮ ਤੇ ਛੂਟੀਐ, ਜਹ ਸਾਦੇ ਸਭ ਸਿੱਧ ਹੋਏ। ਵੇਦਾਂ ਸ਼ਾਸਤਰਾਂ ਵਿੱਚ ਬਹੁਵਿਧ ਧਰਮ ਨਿਰੂਪੀਏ, ਕਰਤਾ ਦਿਸੇ ਸਭ ਲੋਏ, ਅਨੇਕਾਂ ਪ੍ਰਕਾਰ ਦੇ ਕਰਮ ਕਾਂਡਾਂ ਦਾ ਵਰਣਨ ਕੀਤਾ ਗਿਆ ਹੈ। ਔਰ ਸੰਸਾਰ ਦੇ ਲੋਕ ਇਹਨਾਂ ਕਰਮ ਕਾਂਡਾਂ ਨੂੰ ਕਰਦੇ ਹੋਏ ਨਜ਼ਰ ਵੀ ਆਉਂਦੇ ਹਨ। ਪਰ ਕਬਨ ਕਰਮ ਤੇ ਛੂਟੀਏ, ਜੇ ਸਾਧੇ ਸਭ ਸਿੱਧ ਹੋਏ। ਪਰ ਕਿਹੜੇ ਜੀਵ ਨੇ ਕਰਮ ਕਰਨ ਨਾਲ ਇਸ ਸੰਸਾਰ ਦੇ ਭਵਸਾਗਰ ਚੋਂ ਪਾਰ ਹੋਣਾ ਹੈ, ਜਿਸ ਦੇ ਨਾਲ ਸਭ ਸਿੱਧੀਆਂ ਭਾਵ ਮੁਕਤੀ ਪ੍ਰਾਪਤ ਹੋ ਜਵੇ, ਇਸ ਦਾ ਵਰਣਨ ਨਹੀਂ ਕੀਤਾ ਗਿਆ। ਕਰਮ ਅਕਰਮ ਵਿਚਾਰੀਐ, ਸ਼ੰਕਾ ਸੁਨ ਵੇਦ ਪੁਰਾਨ, ਸੰਸਾਰ ਸਦ ਹਿਰਦੈ ਬਸੈ, ਕੌਣ ਹਿਰੈ ਅਭਿਮਾਨ। ਕਰਮ ਅਕਰਮ ਵਿਚਾਰੀਏ, ਸ਼ੰਕਾ ਸੁਨ ਵੇਦ ਪੁਰਾਨ। ਵੇਦਾਂ ਸ਼ਾਸਤਰਾਂ ਵਿੱਚ ਅਨੇਕਾਂ ਪ੍ਰਕਾਰ ਦੇ ਕਰਮ ਨਿਰੂਪਣ ਕੀਤੇ ਗਏ ਹਨ ਕਿ ਇਹ ਕਰਮ ਕਰਨੇ ਚਾਹੀਦੇ ਹਨ, ਇਹ ਕਰਮ ਨਹੀਂ ਕਰਨੇ ਚਾਹੀਦੇ ਹਨ। ਔਰ ਇਹਨਾਂ ਨੂੰ ਸਰਵਣ ਕਰਨ ਨਾਲ, ਵੇਦਾਂ ਪੁਰਾਣਾਂ ਨੂੰ ਸਰਵਣ ਕਰਨ ਨਾਲ ਮਨ ਵਿੱਚ ਸੰਕੇ ਪੈਦਾ ਹੁੰਦੇ ਹਨ ਕਿ ਕਿਹੜਾ ਕਰਮ ਕੀਤਾ ਜਾਵੇ, ਕਿਹੜਾ ਕਰਮ ਨਾ ਕੀਤਾ ਜਾਵੇ। ਸੰਸਾ ਸਦ ਹਿਰਦੇ ਬਸੇ, ਕੌਣ ਹਿਰੇ ਅਭਿਮਾਨ।
ਫਿਰ ਜਦ ਤੱਕ ਮਨ ਵਿੱਚ ਸੰਸਾ ਹੀ ਬਣਿਆ ਰਿਹਾ, ਫਿਰ ਅਭਿਮਾਨ ਦਾ ਨਾਸ ਕੌਣ ਕਰੇਗਾ। ਭਾਵ ਜਦ ਤੱਕ ਜੀਵ ਦੇ ਮਨ ਵਿੱਚ ਸੰਸਾ ਹੈ, ਉਨਾ ਚਿਰ ਹੰਕਾਰ ਦਾ ਨਾਸ ਨਹੀਂ ਹੋ ਸਕਦਾ। ਬਾਹਰੋਂ ਉਦਕ ਪਖਾਰੀਐ, ਕਟ ਪੀਤਰ ਬਵਿਦ ਵਿਕਾਰ। ਸੁਧ ਕਬਨ ਪਰ ਹੋਏ ਬੋ, ਸੋਚ ਕੁੰਚਰ ਬਿਦ ਵਿਵਹਾਰ। ਹੁਣ ਤੀਰਥਾਂ ਨੂੰ ਵੀ ਮੁਕਤੀ ਦਾ ਸਾਧਨ ਨਹੀਂ ਮੰਨਿਆ ਜਾ ਸਕਦਾ। ਬਾਹਰ ਉਦਕ ਪਖਾਰੀਏ, ਘਟ ਭੀਤਰ ਵਿਵਿਧ ਵਿਕਾਰ। ਤੀਰਥਾਂ ਤੇ ਜਾਣ ਨਾਲ ਬਾਹਰੋਂ ਤਾਂ ਸਰੀਰ ਦੀ ਮੈਲ ਲੈ ਜਾਂਦੀ ਹੈ, ਪਰ ਅੰਦਰ ਅਨੇਕਾਂ ਪ੍ਰਕਾਰ ਦੇ ਵਿਕਾਰ ਬਣੇ ਰਹਿੰਦੇ ਹਨ। ਸ਼ੁੱਧ ਕਬਨ ਪਰ ਹੋਈ ਬੋ, ਸੁਚ ਕੁੰਚਰ ਬਿਦ ਵਿਵਹਾਰ। ਫਿਰ ਜੀਵ ਨੇ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਸ਼ੁੱਧ ਕਿਵੇਂ ਹੋਣਾ ਹੈ। ਜੀਵ ਦਾ ਵਿਵਹਾਰ ਤਾਂ ਹਾਥੀ ਵਾਂਗ ਹੈ। ਹਾਥੀ ਨੂੰ ਜਿੰਨਾ ਮਰਜ਼ੀ ਨਹਿਲਾ ਦਿਓ, ਉਹ ਆਪਣੇ ਉੱਪਰ ਚਿੱਕੜ ਪਾ ਲੈਂਦਾ ਹੈ। ਇਸੇ ਪ੍ਰਕਾਰ ਜੀਵ ਸ੍ਰੇਸ਼ਟ ਕਰਮ ਕਰਕੇ ਹੰਕਾਰ ਰੂਪੀ ਚਿੱਕੜ ਪਾ ਕੇ ਚੰਗੇ ਕਰਮਾਂ ਦਾ ਨਾਸ ਕਰ ਲੈਂਦਾ ਹੈ। ਜਿਵੇਂ ਸਤਿਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਹਨ, ਤੀਰਥ ਵਰਤ ਔਰ ਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤੇ ਜਿਉ ਕੁੰਚਰ ਇਸ਼ਨਾਨ। ਜੀਵ ਤੀਰਥਾਂ 'ਚ ਇਸ਼ਨਾਨ ਕਰਦਾ, ਸ੍ਰੇਸ਼ਟ ਕਰਮ ਕਰਦਾ ਔਰ ਹੰਕਾਰ ਕਰਕੇ ਸਾਰੇ ਸ੍ਰੇਸ਼ਟ ਕਰਮਾਂ ਦਾ ਨਾਸ ਕਰ ਲੈਂਦਾ ਹੈ। ਇਸ ਪ੍ਰਕਾਰ ਜੀਵ ਨੂੰ ਤੀਰਥਾਂ ਤੇ ਜਾਣ ਨਾਲ ਵੀ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਰਾਬ ਪ੍ਰਗਾਸ ਰਜਨੀ ਜਥਾ, ਗਤ ਜਾਣਤ ਸਭ ਸੰਸਾਰ। ਪਾਰਸ ਮਾਨੋ ਤਾਂਬੋ ਛੁਏ, ਕਨਕ ਹੋਤ ਨਹੀਂ ਬਾਰ। ਜਿਵੇਂ ਯੂਨੀਵਰਸਲ ਟਰੁੱਥ ਹੈ, ਮਹਾਨ ਸਚਾਈ ਹੈ, ਰੱਬ ਪ੍ਰਗਾਸ ਰਜਨੀ ਜਥਾ, ਗਤ ਜਾਣਤ ਸਭ ਸੰਸਾਰ। ਜਿਸ ਵੇਲੇ ਸੂਰਜ ਦਾ ਪ੍ਰਕਾਸ਼ ਹੁੰਦਾ, ਰਾਤ ਦਾ ਅੰਧੇਰਾ ਦੂਰ ਹੋ ਜਾਂਦਾ। ਇਸੇ ਪ੍ਰਕਾਰ ਜਿਸ ਵੇਲੇ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੁੰਦਾ, ਅਗਿਆਨਤਾ ਅੰਧੇਰਾ ਦੂਰ ਹੋ ਜਾਂਦਾ। ਗੁਰੂ ਦੇ ਗਿਆਨ ਤੋਂ ਬਿਨਾਂ ਅੰਧੇਰਾ ਹੀ ਅੰਧੇਰਾ ਹੈ। ਜੇ ਸੋ ਚੰਦਾ ਉਗਬੈ ਸੂਰਜ ਚੜੇ ਹਜ਼ਾਰ, ਏਤੇ ਚੰਨ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਕਿ ਜੇ 100 ਚੰਦਰਮਾ ਚੜ ਜਵੇ, 1000 ਸੂਰਜ ਚੜ ਜਾਣ, ਇੰਨਾ ਪ੍ਰਕਾਸ਼ ਹੋਣ ਦੇ ਬਾਵਜੂਦ ਵੀ ਗੁਰੂ ਦੇ ਗਿਆਨ ਤੋਂ ਬਿਨਾਂ ਅੰਧੇਰਾ ਹੀ ਅੰਧੇਰਾ ਹੈ। ਔਰ ਗੁਰੂ ਦੇ ਗਿਆਨ ਦਾ ਜੋ ਪ੍ਰਕਾਸ਼ ਹੈ, ਉਸ ਦਾ ਮੁਕਾਬਲਾ ਲੱਖਾਂ ਕੁੜਾ ਸੂਰਜ ਚੰਦਰਮਾ ਵੀ ਨਹੀਂ ਕਰ ਸਕਦੇ। ਉਹ ਕਦੋਂ ਦਿਖਾਈ ਦਿੰਦਾ ਹੈ? ਜਿਸ ਵੇਲੇ ਜੀਵ ਗੁਰੂ ਤੋਂ ਸ਼ਬਦ ਲੈ ਕੇ ਉਸ ਦੀ ਕਮਾਈ ਕਰਦਾ ਹੈ, ਆਪਣੇ ਅੰਦਰ ਪਰਦਾ ਖੋਲ ਲੈਂਦਾ ਹੈ। ਪਾਰਸ ਮਾਨੋ ਤੰਬੋ ਛੂਏ, ਕਨਕ ਹੋਤ ਨਹੀਂ ਬਾਰ। ਜਿਵੇਂ ਇਹ ਯੂਨੀਵਰਸਲ ਟਰੁੱਥ ਹੈ ਕਿ ਪਾਰਸ ਨਾਲ 8 ਪ੍ਰਕਾਰ ਦੀ ਜਿਸ ਲੋਹਾ ਤਾਂਬਾ ਦੇ ਜਿਸ ਵੇਲੇ ਛੂਹ ਜਾਂਦੇ ਹਨ, ਸਪਰਸ਼ ਕਰ ਜਾਂਦੇ ਹਨ, ਤਾਂ ਲੋਹੇ ਨੂੰ ਸੋਨਾ ਹੋਣ ਲੱਗਿਆਂ, ਤਾਂਬੇ ਨੂੰ ਸੋਨਾ ਹੋਣ ਲੱਗਿਆਂ ਦੇਰ ਨਹੀਂ ਲੱਗਦੀ। ਇਸੇ ਪ੍ਰਕਾਰ ਜਿਸ ਵੇਲੇ ਜੀਵ ਗੁਰੂ ਪਾਰਸ ਦੀ ਸੰਗਤ ਵਿੱਚ ਜਾਂਦਾ ਹੈ, ਇਸ ਨੂੰ ਵੀ ਫਿਰ ਸ਼ੁੱਧ ਹੋਣ ਲੱਗਿਆਂ ਦੇਰ ਨਹੀਂ ਲੱਗਦੀ। ਪਾਵੇ ਗੁਰੂ ਪਾਰਸ ਨਾਲ ਛੂਹ ਕੇ ਸ਼ੁੱਧ ਹੋ ਜਾਂਦਾ ਹੈ। ਪਰਮ ਪਰਸ ਗੁਰ ਭੇਟੀਐ, ਪੂਰਬ ਲਿਖਤ ਲਿਲਾਟ। ਉਨ ਮਨ ਮਨ
ਮਨ ਹੀ ਮਿਲੇ ਛੁਟਕਤ ਬਜਰ ਕਪਾਟ ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਿਲਾਟ। ਜੀਵ ਦਾ ਪਰਮ ਪਾਰਸ ਰੂਪੀ ਗੁਰੂ ਨਾਲ ਉਸ ਵੇਲੇ ਮਿਲਾਪ ਹੁੰਦਾ ਜਿਸ ਵੇਲੇ ਜੀਵ ਦੇ ਪੂਰਬਲੇ ਕਰਮ ਜਾਗਦੇ। ਜਾ ਕੋ ਮਸਤਕ ਲਿਖਿਓ ਕਰਮਾ ਸੋ ਭਜ ਪਰ ਹੈ ਗੁਰ ਕੀ ਸ਼ਰਨਾ। ਸਤਿਗੁਰੂ ਨਾਮਦੇਵ ਜੀ ਮਹਾਰਾਜ ਫਰਮਾਉਂਦੇ ਹਨ, ਜਿਸ ਜੀਵ ਦੇ ਮਸਤਕ ਤੇ ਸ੍ਰੇਸ਼ਟ ਕਰਮ ਹੋਣ ਉਹੀ ਜੀਵ ਸੰਤਾਂ ਦੀ ਸ਼ਰਨ ਵਿੱਚ ਜਾਂਦਾ ਹੈ। ਹਰ ਕੋਈ ਨਹੀਂ ਜਾ ਸਕਦਾ ਔਰ ਗੁਰੂ ਪਰਮ ਪਾਰਸ ਹੈ, ਕਿਉਂਕਿ ਜੋ ਪਾਰਸ ਹੈ ਲੋਹੇ ਨੂੰ ਤਾਂਬੇ ਨੂੰ ਸੋਨਾ ਬਣਾ ਸਕਦਾ ਪਰ ਪਾਰਸ ਨਹੀਂ ਬਣਾ ਸਕਦਾ। ਜੋ ਸੰਤ ਹਨ ਗੁਰੂ ਹਨ ਉਹ ਪਰਮ ਪਾਰਸ ਹਨ, ਉੱਤਮ ਪਾਰਸ ਹਨ, ਜੋ ਜੀਵ ਨੂੰ ਆਪਣੇ ਵਰਗਾ ਬਣਾ ਲੈਂਦੇ ਹਨ। ਜਿਵੇਂ ਸਤਿਗੁਰੂ ਕਬੀਰ ਸਾਹਿਬ ਫਰਮਾਉਂਦੇ ਹਨ, कबीर संत और पारस में बड़ो अंतरो जान, वो लोहा कंचन करे वो करे आप समान। संत और पारस विच बहुत बड़ा फर्क है। पारस लोहे तांबे नूं सोना कर सकदा पर पारस नहीं बना सकदा, पर जो संत ਹਨ ਉਹ परम पारस ਹਨ। ਉਹ ਜੀਵ ਨੂੰ ਆਪਣੇ ਵਰਗਾ ਬਣਾ ਲੈਂਦੇ ਹਨ। ਜਿਸ ਵੇਲੇ ਜੀਵ ਉਹਨਾਂ ਤੋਂ ਸ਼ਬਦ ਲੈ ਕੇ ਉਸ ਦੀ ਕਮਾਈ ਕਰਦਾ, ਆਪਣੇ ਅੰਦਰ ਪਰਦਾ ਖੋਲ ਲੈਂਦਾ, ਉਨ ਮਨ 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 ਹੀ ਮਿਲੇ ਛੁਟਕਤ ਬਜਰ ਕਪਾਟ। ਫਿਰ ਇਸ ਜੀਵ ਦਾ ਉਸ ਉਨਮਨੀ ਤੁਰੀਆ ਅਵਸਥਾ, ਸਹਿਜ ਅਵਸਥਾ, ਚੌਥੀ ਅਵਸਥਾ ਵਿੱਚ ਮਨ ਪਹੁੰਚ ਜਾਂਦਾ ਹੈ, ਜਿੱਥੇ ਜਾ ਕੇ ਜੀਵ ਦੇ ਅਗਿਆਨਤਾ ਦੇ ਸਖਤ ਦਰਵਾਜ਼ੇ ਖੁੱਲ ਜਾਂਦੇ ਹਨ ਔਰ ਜੀਵ ਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ। ਭਗਤ ਜੁਗਤ ਮਤ ਸਤ ਕਰੀ, ਭ੍ਰਮ ਬੰਧਨ ਕਾਟ ਬੇਕਾਰ। ਸੋਈ ਬਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਜਿਨ੍ਹਾਂ ਜੀਵਾਂ ਨੇ ਪਰਮ ਪਾਰਸ ਗੁਰੂ ਤੋਂ ਉਪਦੇਸ਼ ਲੈ ਕੇ ਭਗਤ ਜੁਗਤ ਮਤ ਸਤ ਕਰੀ, ਭ੍ਰਮ ਬੰਧਨ ਕਾਟ ਬੇਕਾਰ, ਭਗਤੀ ਦੀ ਜੁਗਤੀ ਨੂੰ ਆਪਣੀ ਮਤ ਵਿੱਚ ਸਤ ਕਰਕੇ ਧਾਰਨ ਕੀਤਾ, ਉਹਨਾਂ ਦੇ ਸਾਰੇ ਹੀ ਭਰਮ ਅਤੇ ਬੰਧਨ ਕੱਟੇ ਗਏ ਔਰ ਉਹਨਾਂ ਦੇ ਮਨ ਨੂੰ ਏਦਾਂ ਦਾ ਸ੍ਰੇਸ਼ਟ ਰਸ ਮਿਲਿਆ ਜੋ ਕਿ ਬਿਆਨ ਨਹੀਂ ਕੀਤਾ ਜਾ ਸਕਦਾ। ਜਿਵੇਂ ਸਤਿਗੁਰੂ ਨਾਮਦੇਵ ਜੀ ਫਰਮਾਉਂਦੇ ਹਨ, ਗੂੰਗੇ ਮਹਾ ਅੰਮ੍ਰਿਤ ਰਸ ਚਾਖਿਆ, ਪੂਛੇ ਕਹਿ ਨਾ ਜਾਈ ਹੋ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਏ। ਸਤਿਗੁਰੂ ਭੀਖਨ ਜੀ ਫਰਮਾਉਂਦੇ ਹਨ, ਹਰ ਗੁਣ ਕਹਤੇ ਕਹਿ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਇਸ ਪ੍ਰਕਾਰ ਦਾ ਮਨ ਨੂੰ ਆਨੰਦ ਆਇਆ, ਬ੍ਰਹਮ ਆਨੰਦ ਆਇਆ ਕਿ ਜੋ ਕਿ ਬਿਆਨ ਨਹੀਂ ਕੀਤਾ ਜਾ ਸਕਦਾ। ਸੋਈ ਬਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਇਦਾਂ ਦਾ ਜੀਵ ਦੇ ਮਨ ਨੂੰ ਰਸ ਆਇਆ, ਬ੍ਰਹਮ ਆਨੰਦ ਰੂਪੀ ਰਸ ਆਇਆ। ਜੀਵ ਦੇ ਮਨ ਵਿੱਚ ਨਿਰਗੁਣ ਔਰ ਸਰਗੁਣ ਪਰਮਾਤਮਾ ਦਾ ਇੱਕੋ ਹੀ ਵਿਚਾਰ ਆ ਗਿਆ। ਅਨਕ ਜਤਨ ਨਿਗ੍ਰਹਿ ਕੀਏ, ਟਾਰੀ ਨਾ ਟਰੈ ਭ੍ਰਮ ਫਾਸ। ਪ੍ਰੇਮ ਭਗਤ ਨਹੀਂ ਉਪਜੈ, ਤਾਂ ਤੈ ਰਵਿਦਾਸ ਉਦਾਸ। ਜਗਤ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ, ਅਨੇਕ ਜਤਨ ਨਿਗ੍ਰਹਿ ਕੀਏ, ਟਾਰੀ ਨਾ ਟਰੇ ਭ੍ਰਮ ਫਾਸ। ਪ੍ਰੇਮ ਭਗਤ ਨੇ ਉਪਜੈ, ਤਾਤੇ ਰਵਿਦਾਸ ਉਦਾਸ। ਕਿ ਪਰਮਾਤਮਾ ਦੇ ਨਾਮ ਤੋਂ ਬਿਨਾ, ਪਰਮ ਪਾਰਸ ਗੁਰੂ ਦੀ ਸੰਗਤ ਤੋਂ ਬਿਨਾ ਇਹ ਜੀਵ ਆਪਣੀਆਂ ਇੰਦਰੀਆਂ ਨੂੰ ਅਤੇ ਇਸ਼ਾਵਾਂ ਨੂੰ ਦਬਾਉਣ ਦੇ ਅਨੇਕ ਯਤਨ ਕਰ ਲਵੇ
ਭਰਮ ਦੀ ਫਾਹੀ ਨਹੀਂ ਟਲਦੀ। ਪਾਪ ਭਰਮ ਦੀ ਨਿਵਰਤੀ ਨਹੀਂ ਹੁੰਦੀ ਔਰ ਇਸ ਜੀਵ ਦੇ ਹਿਰਦੇ ਵਿੱਚ ਪਰਮਾਤਮਾ ਦੀ ਪ੍ਰੇਮਾ ਭਗਤੀ ਨਹੀਂ ਉਤਪੰਨ ਹੁੰਦੀ। ਇਸ ਕਰਕੇ ਜੀਵ ਸੰਸਾਰ ਵਿੱਚ ਉਦਾਸ ਰਹਿੰਦਾ ਹੈ। ਪਾਪ ਜਿੰਨਾ ਚਿਰ ਇਹ ਜੀਵ ਪਰਮ ਪਾਰਸ ਗੁਰੂ ਦੀ ਸੰਗਤ ਨਹੀਂ ਕਰਦਾ, ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਉਹਨਾਂ ਚਿਰ ਇਸ ਜੀਵ ਦੇ ਭਰਮ ਦੀ ਫਾਹੀ ਨਹੀਂ ਦੂਰ ਹੋ ਸਕਦੀ ਔਰ ਕੇਵਲ ਸਾਰੇ ਭਰਮਾਂ ਦੀ ਨਿਵਰਤੀ ਪਰਮਾਤਮਾ ਦੇ ਨਾਮ ਜਪਣ ਨਾਲ ਹੀ ਹੁੰਦੀ ਹੈ। ਇਸ ਲਈ ਸੰਸਾਰ ਵਿੱਚ ਹਮੇਸ਼ਾ ਹੀ ਜੀਵ ਪਰਮਾਤਮਾ ਦੇ ਨਾਮ ਜਪਣ ਨਾਲ ਮੁਕਤ ਹੁੰਦੇ ਹਨ। ਜੈ ਗੁਰਦੇਵ।